ਕਿਹੜਾ ਅਸਤੀਫਾ ਮਨਜ਼ੂਰ ਹੋਇਆ ਤੇ ਤੁਸੀਂ ਪਹਿਲਾਂ ਜਿਹੜੀ ਪਟੀਸ਼ਨ ਪਾਈ ਸੀਗੀ ਉਹਦੇ ਤੇ ਹੁਣ ਕੀ ਜਜਮੈਂਟ ਆਈ? ਹਾਈ ਕੋਰਟ ਨੇ ਵੀ ਇਸ ਗੱਲ ਨੂੰ ਮਨਜ਼ੂਰ ਕੀਤਾ ਕਿ ਇਹ ਗਲਤ ਆ, ਕਿ ਇਹ ਨਹੀਂ ਕਿ ਇੱਕ ਪਟੀਸ਼ਨ ਪਾਈ ਹੋਵੇ ਸਪੀਕਰ ਵਿਧਾਨ ਸਭਾ ਕੋ ਕਿਤੇ ਉਹ ਪਟੀਸ਼ਨ ਰੱਖ ਕੇ ਤੇ ਸਾਰੀ ਟਰਮ ਲੰਘਾ ਦੇਣ। ਤੇ ਉਹਨਾਂ ਨੇ ਉਹਨੂੰ ਕਿਹਾ ਕਿ ਇਹ ਟਾਈਮ ਬਾਉਂਡ ਮੈਨਰ 'ਚ ਇਹਨੂੰ 3 ਮਹੀਨੇ ਦਾ, ਕਿਉਂਕਿ ਉਹਦੀ ਵੀ ਸੁਪਰੀਮ ਕੋਰਟ ਦੀ ਇਸ ਚੀਜ਼ ਤੇ ਵੀ ਜਜਮੈਂਟ ਹੈ ਕਿ 3 ਮਹੀਨੇ ਇਨਫ ਟਾਈਮ ਆ ਇੱਕ ਪਟੀਸ਼ਨ ਨੂੰ ਡਿਸਾਈਡ ਕਰਨ ਲਈ। ਉਹ 3 ਮਹੀਨੇ ਦਾ ਟਾਈਮ ਜਿਹੜਾ ਆ 4 ਨਵੰਬਰ ਨੂੰ ਪੂਰਾ ਹੋਣਾ ਸੀ। ਉਸੇ ਚੀਜ਼ ਦੇ ਡਰ ਤੋਂ, ਕਿਉਂਕਿ ਇਹ ਪੰਜਾਬ ਦੇ ਪਹਿਲੇ ਇਹੋ ਜਿਹੇ ਐਮਐਲਏ ਹੁੰਦੇ ਜਿਹੜੇ ਡਿਸਕੁਆਲੀਫਾਈ ਹੁੰਦੇ ਵੀ ਇਹਨਾਂ ਦੇ ਆਪਣੇ ਆਪ 'ਚ ਇੱਕ ਇਹਨਾਂ ਦਾ ਰਿਕਾਰਡ ਆ ਕਿ ਮੇਰੇ ਖਿਆਲ ਪਹਿਲੇ ਬੰਦੇ ਹੋਣੇ ਪੰਜਾਬ ਜਿਨ੍ਹਾਂ ਨੇ 4 ਸਾਲ ਐਵਰੇਜ ਹਰ ਸਾਲ ਇੱਕ ਪਾਰਟੀ ਬਦਲੀ, 4 ਸਾਲ 4 ਪਾਰਟੀਆਂ ਬਦਲੀਆਂ। ਕੋਈ ਵੀ ਐਮਐਲਏ ਜਿਹੜਾ ਪਾਰਟੀ ਬਦਲਦਾ ਇਸ ਤਰੀਕੇ ਨਾਲ ਉਹ ਡਿਸਕੁਆਲੀਫਾਈ ਹੋਊਗਾ ਅਕੋਰਡਿੰਗ ਟੂ ਰੂਲਸ। ਰਾਣਾ ਕੇਪੀ ਸਪੀਕਰ ਨੇ ਜਿਹੜੇ ਉਹਨਾਂ ਨੇ ਅਸਤੀਫਾ ਰੱਖ ਛੱਡਿਆ ਇਹਨਾਂ ਦਾ, ਤੇ ਜਿਵੇਂ ਸੁਪਰੀਮ ਕੋਰਟ ਕਹਿੰਦੀ ਹੈ ਕਿ 3 ਮਹੀਨੇ ਦੇ ਵਿੱਚ ਇਹਨੂੰ ਜਿਹੜਾ ਵਾ ਆਪਣੀ ਜਜਮੈਂਟ ਜਿਹੜੀ ਦੇਣੀ ਹੁੰਦੀ ਹੈ, ਤੇ ਕੋਈ ਰਾਣਾ ਕੇਪੀ ਹੋਣਾ ਨੂੰ ਵੀ ਕੋਈ ਉਹਨਾਂ ਨੇ ਕੋਈ ਝਾੜ ਪਾਈ ਹੈ? ਇਹ ਬੜਾ ਕਲੀਅਰ ਹੈ, ਕਦੀ ਵੀ ਜੁਡੀਸ਼ਰੀ ਜਿਹੜੀ ਹੈ ਦੂਸਰੀ ਬ੍ਰਾਂਚ ਦੇ ਵਿੱਚ ਜਾ ਕੇ ਨਾ ਇੰਟਰਫੇਰੈਂਸ ਨਹੀਂ ਕਰਦੀ ਅਨਲੈਸ ਅੰਟਿਲ ਮਤਲਬ ਕਿ ਹੱਦ ਕਰ ਦਿੱਤੀ ਜਾਵੇ, ਕੋਈ ਇੱਦਾਂ ਦਾ ਕਾਨੂੰਨ ਤੋੜ ਦਿੱਤਾ ਜਾਵੇ। ਕਿਉਂਕਿ ਹੁਣ ਦੇਖੋ ਅਸੀਂ ਕੋਈ ਵੀ ਨਾਰਮਲ ਸਿਟੀਜ਼ਨ ਆ, ਅਸੀਂ ਨਾਰਮਲ ਸੜਕ ਤੇ ਕੋਈ ਵਾਇਓਲੇਸ਼ਨ ਕਰਦੇ ਹਾਂ, ਚਲਾਨ ਹੁੰਦੇ ਆ, ਛੋਟੀਆਂ ਚੀਜ਼ਾਂ ਹਰ ਚੀਜ਼ ਰੂਲ ਲਾਗੂ ਹੁੰਦੇ, ਤੇ ਕਿਉਂ ਜਿਹੜੇ ਬੰਦੇ ਆਪ ਕਾਨੂੰਨ ਬਣਾਉਂਦੇ ਜਿਨ੍ਹਾਂ ਦੇ ਲਾਅ ਬਣੇ ਹੋਏ ਆ ਉਹਨਾਂ ਤੇ ਕੀ ਗੱਲ ਲਾਅ ਨਹੀਂ ਲਾਗੂ ਹੁੰਦਾ? ਮੇਬੀ ਮੈਨੂੰ ਇੱਦਾਂ ਲੱਗਾ ਕਿ ਉਹਨਾਂ ਨੂੰ ਲੱਗਾ ਹੋਣਾ ਕੋਈ ਏਡੀ ਵੱਡੀ ਗੱਲ ਨਹੀਂ ਕਿ ਰੈਜ਼ਿਗਨੇਸ਼ਨ ਹੋ ਗਿਆ, ਡਿਸਕੁਆਲੀਫਿਕੇਸ਼ਨ ਹੋ ਗਈ, ਇੱਕੋ ਗੱਲ ਹੋ ਗਈ ਭਲੱਤ ਦੀ ਸੀਟ ਖਾਲੀ ਹੋ ਗਈ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਦੋਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਫਰਕ ਆ। ਲੋਕਾਂ ਤੋਂ ਵੋਟਾਂ ਭਲੱਤ ਤੋਂ ਲਈਆਂ, 4.5 ਸਾਲੇ ਭਲੱਤ ਦੇ ਵਿੱਚ ਵੜੇ ਨਹੀਂ, ਹੁਣ ਆਏ ਆਪਣੀ ਡਿਊਟੀ ਇਹਨਾਂ ਨੇ ਨਹੀਂ ਭਲੱਤ ਪ੍ਰਤੀ ਨਿਭਾਈ, ਹੁਣ ਕਹਿੰਦੇ ਮੈਂ ਨਿਭਾਊਂਗਾ। ਪਰ ਪ੍ਰੋਬਲਮ ਇਹ ਆਉਂਦੀ ਹੁਣ ਨਿਭਾ ਰਹੇ, ਉਹ ਵੀ ਬੜਾ ਵੱਡਾ ਇਸ਼ੂ ਬਣ ਗਿਆ। ਜਜਮੈਂਟ ਦੀ ਇੱਥੇ ਆਉਂਦੀ ਵੀ ਹੈ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਦੇ ਉੱਤੇ, ਵੱਧ ਤੋਂ ਵੱਧ ਕੀ ਹੋ ਸਕਦਾ ਹੈ? ਜਿਹੜਾ ਡਿਸਕੁਆਲੀਫਿਕੇਸ਼ਨ ਉਹ ਕਹਿੰਦਾ ਕੱਢ ਦੇਣਾ, ਪਲੱਸ ਜਿਹਦੀ ਤਨਖਾਹ ਜਿਹੜੀ ਇੰਨੇ ਭੱਤੇ ਬਾਕੀਆਂ ਚੀਜ਼ਾਂ ਉਹ ਵੀ ਸਾਰੀਆਂ ਕੁਐਸਚਨ ਦੇ ਵਿੱਚ ਆਉਂਦੀਆਂ। ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਪੈਨਸ਼ਨ ਆ, ਪੈਨਸ਼ਨ ਤੇ ਵੀ ਸਵਾਲ ਹੁੰਦੇ, ਪੈਨਸ਼ਨ ਨਹੀਂ ਮਿਲੂਗੀ। ਨਹੀਂ ਤਾਂ 2 ਟਰਮ ਦੇ ਐਮਐਲਏ ਆ 2 ਪੈਨਸ਼ਨਾਂ, ਹੁਣ ਇੱਕ ਦੇ ਕੰਸੀਡਰ ਹੋਣਗੇ ਜੇ ਡਿਸਕੁਆਲੀਫਾਈ ਹੁੰਦੇ, ਪੈਨਸ਼ਨ ਨਹੀਂ ਮਿਲੂਗੀ। ਇਸ ਵੀ ਹੋ ਸਕਦਾ ਇਹਨਾਂ ਦੇ ਉੱਪਰ? ਡੈਫੀਨੇਟਲੀ ਬਿਲਕੁਲ ਹੋਊਗਾ ਵੀ। ਤੇ ਡੀਏਵੀ ਕਾਲਜ ਨੇ ਹੱਦ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾ ਦੇਣ, ਕਿਉਂਕਿ ਉਹਨਾਂ ਲਈ ਵੀ ਇੱਕ ਬੜੀ ਮੇਜਰ ਐਮਬੈਰਸਮੈਂਟ ਸੀ, ਕਿਉਂਕਿ ਉਹਨਾਂ ਨੇ ਆਪਣੇ ਹਾਲ ਆਫ ਫੇਮ ਦਾ ਜਿਹੜਾ ਉਹਨਾਂ ਨੇ ਇੱਕ ਬਣਾਇਆ ਉਹਦੇ ਵਿੱਚ ਇਹਨਾਂ ਦੀ ਫੋਟੋ ਲਾਈ ਹੈ ਕਿ ਐਲੂਮਨਾਈ ਦੀ, ਕਿ ਵਨ ਆਫ ਦੀ ਸਕਸੈਸ ਸਟੋਰੀਜ਼। ਤੇ ਕਾਲਜ ਦਾ ਤਾਂ ਮਤਲਬ ਹੀ ਪੜ੍ਹਾਈ ਹੈ, ਉੱਥੋਂ ਤੋਂ ਫੇਲ ਹੋਏ ਆ, ਤੇ ਉਹਨਾਂ ਲਈ ਵੀ ਇੱਕ ਐਮਬੈਰਸਮੈਂਟ ਸੀ। ਉਹ ਵੀ ਆਪਣਾ ਫੇਸ ਬਚਾਉਣਾ ਚਾਹੁੰਦੇ ਸੀ। ਮਾਰਕਸ਼ੀਟ ਬਚੀ, ਬਾਕੀ ਤਾਂ ਉਹਨਾਂ ਰਿਕਾਰਡ ਜਿਹੜਾ ਮੇਰੇ ਖਿਆਲ ਨਾਲ ਖਤਮ ਕਰਤਾ। ਇਸ ਚੀਜ਼ ਤੇ ਵੀ ਮੇਰੇ ਖਿਆਲ ਨਾਲ ਇੱਕ ਪ੍ਰੋਬ ਹੋਣੀ ਚਾਹੀਦੀ ਕਿ ਮਤਲਬ ਇੱਕ ਸਿਆਸੀ ਬੰਦੇ ਨੂੰ ਬਚਾਉਣ ਲਈ, ਆਮ ਬੰਦੇ ਨੂੰ ਤਾਂ ਰਗੜ ਦਿੰਦੇ ਮਿੰਟ 'ਚ, ਸਿਆਸੀ ਬੰਦੇ ਨੂੰ ਬਚਾਉਣ ਲਈ ਕਿਹੜੀ ਹੱਦ ਤੱਕ ਜਾਂਦੇ। ਇੱਕ ਅਕਸ਼ਰ ਦਾ ਵੀ ਘਾਟਵਾਦ ਨਾ ਤੁਹਾਡਾ ਮਤਲਬ ਤੁਹਾਡਾ ਕਰੀਅਰ ਮਤਲਬ ਤੁਹਾਨੂੰ ਇੰਨਾ ਵੱਡਾ ਸੈਟਬੈਕ ਦੇ ਸਕਦੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇੱਥੇ ਤਾਂ ਸ਼ਰੇਆਮ ਮਤਲਬ ਇੱਕ ਬੜਾ ਵੱਡਾ ਲੈਪਸ ਕੀਤਾ। ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਤੇ ਇਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। 171 ਜੀ ਦਾ ਬਣਦਾ ਹੈ ਤੇ 177 IPC ਦੇ ਇਹਨਾਂ ਦੇ ਗਲਤ ਇਲੈਕਸ਼ਨ ਐਫੀਡੇਵਿਟ ਦੇਣ ਦੀ ਵੀ ਕਾਰਵਾਈ ਬਣਦੀ ਹੈ। ਇਹ ਗਲਤ ਇਨਫੋਰਮੇਸ਼ਨ ਦੇਣ ਦੀ ਵੀ ਕੋਈ ਕਾਰਵਾਈ ਬਿਲਕੁਲ ਬਣਦੀ। ਉਹੀ ਦੱਸ ਰਿਹਾ ਕਿ 171 ਜੀ ਤੇ 177 ਦੀ ਫਾਲਸ ਇਨਫੋਰਮੇਸ਼ਨ ਜਿਹੜੀ ਹੈ, ਨਾਰਮਲ ਐਫੀਡੇਵਿਟ ਵੀ ਤੁਸੀਂ ਦੇ ਦਿੰਦੇ ਆ ਨਾ, ਉਹਦੀ ਵੀ ਕਾਰਵਾਈ ਬਣਦੀ ਹੈ। ਤਾਂ ਇਲੈਕਸ਼ਨ ਐਫੀਡੇਵਿਟ ਗਲਤ ਦਿੱਤਾ ਇਹਨਾਂ ਨੇ। ਪੰਜਾਬ ਦੇ ਸਭ ਤੋਂ ਪਹਿਲੇ ਐਮਐਲਏ ਇਹ ਹੋਣੇ ਜਿਹੜੇ ਡਿਸਕੁਆਲੀਫਾਈ ਹੋਏ, ਤੇ ਪਲੱਸ ਥੈਂਕਸ ਟੂ ਹਿਮ ਇਹਨਾਂ ਦੇ ਕਰਕੇ ਅੱਗੇ ਤੋਂ ਕੋਈ ਇਹਨਾਂ ਦੀ ਗਲਤੀ ਨਹੀਂ ਕਰੂਗਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵਿਧਾਨ ਸਭਾ 'ਚ ਹੁਣ ਰੂਲ ਹੋਣ ਤੋਂ ਲਾਗੂ ਹੋ ਜਾਣਾ। ਇਹ ਸਭ ਤੁਸੀਂ ਕਿਉਂ ਕਰ ਰਹੇ ਹੋ? ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਕਿਉਂ ਇੱਦਾਂ ਕਰ ਰਹੇ ਹੋ? ਹੋਰ ਵੀ ਲੀਡਰ ਬਹੁਤ ਨੇ। ਦੇਖੋ ਜੀ, ਕੱਲ ਮੈਂ ਤੁਹਾਨੂੰ ਇਹਦੇ ਵਿੱਚ ਵੀ ਕੋਈ ਮੈਂ ਡੋਂਟ ਸ਼ਾਈ ਅਵੇ ਫਰੋਮ ਦਿਸ ਫੈਕਟ ਕਿ ਇਕੱਲੇ ਉਹ ਨਹੀਂ, ਅਸੀਂ ਰਾਣਾ ਗੁਰਜੀਤ ਦੇ ਖਿਲਾਫ 4.5 ਸਾਲ ਲੜਦੇ ਰਹੇ ਹਾਂ, ਹਾਈ ਕੋਰਟ ਤੱਕ ਵੀ ਗਏ ਹਾਂ, ਬਹੁਤ ਇਨਕੁਆਇਰੀਆਂ ਵੀ ਉਹਨਾਂ ਦੀਆਂ ਮਾਰ ਕਰਾਈਆਂ। ਇੱਦਾਂ ਦੀ ਕੋਈ ਗੱਲ ਨਹੀਂ ਕਿ ਸਪੈਸੀਫਿਕਲੀ ਇਹਨਾਂ ਦੇ, ਪਰ ਇਹਨਾਂ ਤੋਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ 4.5 ਸਾਲ ਸਾਡੇ ਹਲਕੇ 'ਚ ਨਹੀਂ ਵੜੇ, ਹੁਣ ਵੜੇ ਆ, ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆ। ਹਾਲ ਹੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਵਿਧਾਨ ਸਭਾ ਦੇ ਸਪੀਕਰ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਇਹ ਅਸਤੀਫਾ ਪਹਿਲਾਂ ਵੀ ਕਈ ਵਾਰੀ ਸੁਖਪਾਲ ਸਿੰਘ ਖਹਿਰਾ ਨੇ ਦਿੱਤਾ ਸੀ, ਪਰ ਮਨਜ਼ੂਰ ਨਹੀਂ ਸੀ ਹੋਇਆ। ਹਾਲ ਹੀ ਦੇ ਵਿੱਚ ਇਹ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ, ਪਰ ਇਹ ਤੀਸਰਾ ਅਸਤੀਫਾ ਕਿਹਾ ਜਾ ਰਿਹਾ ਹੈ ਕਿ ਤੀਸਰੀ ਵਾਰ ਅਸਤੀਫਾ ਦਿੱਤਾ ਤੇ ਮਨਜ਼ੂਰ ਹੋਇਆ। ਪਰ ਇਹ ਅਸਤੀਫਾ ਕਿਉਂ ਮਨਜ਼ੂਰ ਹੋਇਆ, ਇਸ ਦੇ ਪਿੱਛੇ ਵੀ ਇੱਕ ਕਹਾਣੀ ਆ।
ਉਹ ਕਹਾਣੀ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਮੇਰੇ ਨਾਲ ਬੈਠੇ ਨੇ, ਉਹ ਦੱਸਣਗੇ ਕਿਉਂਕਿ ਇਹਨਾਂ ਦੇ ਕੋਲ ਤੱਥ ਨੇ। ਇਹਨਾਂ ਨੇ ਕਈ ਪਟੀਸ਼ਨਾਂ ਪਾਈਆਂ, ਉਹਨਾਂ ਪਟੀਸ਼ਨਾਂ ਦੇ ਵਿੱਚ ਇਹਨਾਂ ਨੇ ਜ਼ਾਹਰ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਕਿਹੜੀ ਗੱਲੋਂ ਡਰਦਿਆਂ ਉਹਨਾਂ ਨੇ ਇਹ ਅਸਤੀਫਾ ਦਿੱਤਾ ਅਤੇ ਇਸ ਵਾਰ ਮਨਜ਼ੂਰ ਹੋਇਆ। ਮੇਰੇ ਨਾਲ ਘੁੰਮਣ ਸਾਹਿਬ ਨੇ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ। ਥੈਂਕ ਯੂ ਸੋ ਮਚ ਭਾਜੀ। ਸੁਖਪਾਲ ਸਿੰਘ ਖਹਿਰਾ ਨੇ 3 ਵਾਰੀ ਅਸਤੀਫਾ ਦਿੱਤਾ, ਤੀਸਰੀ ਵਾਰੀ ਮਨਜ਼ੂਰ ਹੋਇਆ। ਇਹ ਮਨਜ਼ੂਰ ਹੁਣ ਕਿਉਂ ਹੋਇਆ? ਕਿਹੜੀ ਗੱਲ ਦਾ ਡਰ ਸੀਗਾ ਕਿ ਇਸ ਵਾਰ ਹੁਣ ਹੋ ਗਿਆ ਮਨਜ਼ੂਰ? ਜੀ ਇਹਦੇ ਪਿੱਛੇ ਗੱਲ ਸਭ ਤੋਂ ਵੱਡੀ ਇਹ ਸੀਗੀ ਕਿ ਹਾਈ ਕੋਰਟ ਦੀ ਇਨਵੋਲਵਮੈਂਟ ਸੀਗੀ, ਕਿਉਂਕਿ ਅਸੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ 10 ਜਨਵਰੀ 2019 ਨੂੰ ਅਸੀਂ ਇੱਕ ਪਟੀਸ਼ਨ ਪਾਈ ਸੀ ਸਪੀਕਰ ਸਾਹਿਬ ਕੋ ਪੰਜਾਬ ਵਿਧਾਨ ਸਭਾ ਦੇ, ਤੇ ਐਗਜ਼ੈਕਟਲੀ 1 ਸਾਲ ਵੇਟ ਕਰਨ ਤੋਂ ਬਾਅਦ ਅਸੀਂ ਹਾਈ ਕੋਰਟ ਮੂਵ ਕੀਤਾ ਇਹਦੇ ਖਿਲਾਫ, ਕਿਉਂਕਿ ਕੋਈ ਡਿਸੀਜਨ ਨਹੀਂ ਆਇਆ। ਤੇ ਉਹਦੇ ਵਿੱਚ ਹਾਈ ਕੋਰਟ ਵੱਲੋਂ ਜਿਹੜਾ 4 ਅਗਸਤ ਨੂੰ ਇੱਕ ਡਿਸੀਜਨ ਦਿੱਤਾ ਗਿਆ, ਕਿਉਂਕਿ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੀ ਹਿਸਟਰੀ 'ਚ ਪਹਿਲੀ ਵਾਰੀ ਹਾਈ ਕੋਰਟ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਨੋਟਿਸ ਕੀਤਾ। ਉਸ ਤੋਂ ਬਾਅਦ ਉਹਨਾਂ ਤੋਂ ਔਨ ਐਫੀਡੇਵਿਟ ਇਹ ਲਿਆ ਗਿਆ ਕਿ ਉਹ ਕਿੰਨੇ ਚਿਰ 'ਚ ਡਿਸੀਜਨ ਦੇਣਗੇ, ਜੇ 'ਚ ਮੈਂਸ਼ਨ ਕੀਤਾ ਗਿਆ ਕਿ 3 ਮਹੀਨੇ ਦੇ ਅੰਦਰ ਡਿਸਕੁਆਲੀਫਿਕੇਸ਼ਨ ਪਟੀਸ਼ਨ ਨੂੰ ਡਿਸਾਈਡ ਕਰਨਗੇ। ਤੇ ਇਹਦੇ 'ਤੇ ਇਹ ਵੀ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਹੈ ਜਿਸ 'ਚ ਕਿ ਇਨ ਦੀ ਐਬਸੈਂਸ ਆਫ ਰੂਲ, ਕਿਉਂਕਿ ਇਹਨਾਂ ਦਾ ਸਭ ਤੋਂ ਵੱਡੀ ਜਿਹੜੀ ਸ਼ੀਲਡ ਸੀਗੀ, ਜਿਹੜਾ ਡਿਫੈਂਸ ਇਹਨਾਂ ਦਾ ਇਹ ਸੀਗਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਰੂਲ ਹੀ ਹੈ ਨਹੀਂ ਐਂਟੀ ਡਿਫੈਕਸ਼ਨ ਲਾਅ ਨੂੰ ਲੈ ਕੇ, ਜਿਹੜਾ ਦਲ ਬਦਲੂ ਜਿਹੜਾ ਕਾਨੂੰਨ ਆ ਕਿ 1985 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਸਾਰੀਆਂ ਵਿਧਾਨ ਸਭਾ 'ਚ ਲਾਗੂ ਹੋ ਚੁੱਕੇ, ਪਰ ਆਪਣੇ ਪੰਜਾਬ 'ਚ ਨਹੀਂ ਹੋਏ ਸੀਗੇ। ਬਟ ਇੱਕ ਰੀਸੈਂਟ ਜਜਮੈਂਟ ਆ ਜਿਹਦੇ ਬੇਸ ਤੇ ਜਿਹੜਾ ਸਪੀਕਰ ਸਾਹਿਬ ਆ, ਜੇ ਸਪੀਕਰ ਸਾਹਿਬ ਇਹ ਪਟੀਸ਼ਨ ਨੂੰ ਨਹੀਂ ਡਿਸਾਈਡ ਕਰਦੇ ਦੈਨ ਕੋਰਟ ਉਹਨਾਂ ਨੂੰ ਡਿਸਕੁਆਲੀਫਾਈ ਕਰਦੀ। ਉਸ ਡਰ ਤੋਂ ਇਹਨਾਂ ਨੇ ਆਪਣਾ ਅਸਤੀਫਾ ਜਿਹੜਾ ਆ ਉਹ ਮਨਜ਼ੂਰ ਕਰਵਾਇਆ। ਡਿਸਕੁਆਲੀਫਾਈ ਦਾ ਰੂਲ ਆਪਣੇ ਪੰਜਾਬ ਦੇ ਵਿੱਚ ਹੈ, ਕਿਉਂਕਿ ਇਹਨਾਂ ਨੇ ਤਾਂ ਕਈ ਵਾਰੀ ਦਲ ਬਦਲੂ ਵਾਲਾ ਜਿਹੜਾ ਰੂਲ ਨੂੰ ਅਗੇਂਸਟ ਇਹਨਾਂ ਨੇ ਹੋਏ ਨੇ, ਪਰ ਇਹ ਹੁਣ ਆਇਆ ਕਿ ਜਾਂ ਪਹਿਲਾਂ ਹੀ ਸੀਗਾ? ਦੇਖੋ ਜੀ, ਰੂਲ ਤਾਂ 1985 ਦਾ ਆ, ਪਰ ਇਹ ਲਾਗੂ ਹੀ ਨਹੀਂ ਕੀਤਾ ਕਦੀ ਵਿਧਾਨ ਸਭਾ ਦੇ ਵਿੱਚ। ਇਹ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਵੀ ਇਹਨਾਂ ਦੇ ਆਪਣੇ ਆਪ 'ਚ ਕਿੰਨਾ ਦਾ ਰਿਕਾਰਡ ਆ ਕਿ ਮੇਰੇ ਖਿਆਲ ਪਹਿਲੇ ਬੰਦੇ ਹੋਣੇ ਪੰਜਾਬ ਜਿਨ੍ਹਾਂ ਨੇ 4 ਸਾਲ ਐਵਰੇਜ ਹਰ ਸਾਲ ਇੱਕ ਪਾਰਟੀ ਬਦਲੀ ਹੈ। 4 ਸਾਲ 4 ਪਾਰਟੀਆਂ ਬਦਲੀਆਂ। ਇਹਨਾਂ ਨੇ ਇੱਕ ਲੂਪ ਹੋਲ ਸੀਗਾ ਜਿਹੜਾ ਲਾਅ ਦੇ ਵਿੱਚ, ਜਿੱਦਾਂ ਸਮਝ ਲਓ ਨਹੀਂ ਕਿਸੇ ਦਾ ਧਿਆਨ ਅੱਜ ਤੱਕ ਹਿਸਟਰੀ 'ਚ ਪਹਿਲੀ ਵਾਰੀ ਹੋਇਆ, ਪਹਿਲੀ ਵਾਰੀ ਇਹਦੀ ਲੋੜ ਪਈ। ਹੁਣ ਆਉਣ ਵਾਲੀ ਟਰਮ ਤੋਂ ਜਿਹੜਾ ਹੈ ਇਸ ਪਟੀਸ਼ਨ ਦੇ ਕਰਕੇ ਜਿਹੜਾ ਇਹ ਰੂਲ ਪੰਜਾਬ ਵਿਧਾਨ ਸਭਾ ਦੇ ਵਿੱਚ ਲਾਗੂ ਹੋਊਗਾ। ਅੱਜ ਹੁਣ ਤੋਂ ਕੋਈ ਵੀ MLA ਜਿਹੜਾ ਪਾਰਟੀ ਬਦਲਦਾ ਹੈ ਇਸ ਤਰੀਕੇ ਨਾਲ ਉਹ ਡਿਸਕੁਆਲੀਫਾਈ ਹੋਊਗਾ ਅਕੋਰਡਿੰਗ ਟੂ ਰੂਲਸ। ਪਰ ਇਹ ਵੀ ਡਿਸਕੁਆਲੀਫਾਈ ਹੋਣੇ ਚਾਹੀਦੇ ਕਿਉਂਕਿ ਸੁਪਰੀਮ ਕੋਰਟ ਦੀ ਜਜਮੈਂਟ ਇਹ ਕਹਿੰਦੀ। ਇੱਕ ਜਜਮੈਂਟ ਹੋਰ ਵੀ ਹੈ ਜਿਹੜੀ ਇਹ ਕਹਿੰਦੀ ਕਿ ਜਿਹੜੀ ਕਰੋਨੋਲੋਜੀ, ਜਿਹੜੀ ਚੀਜ਼ ਪਹਿਲਾਂ ਹੋਈ ਈਵੈਂਟਸ ਦੇ ਵਿੱਚ, ਉਹ ਪਹਿਲਾਂ ਡਿਸਾਈਡ ਹੋਊਗੀ, ਉਸ ਤੋਂ ਬਾਅਦ ਦੂਸਰੀ ਡਿਸਾਈਡ ਹੋਊਗੀ। ਸੋ ਇਸ ਈਵੈਂਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਡਿਸਕੁਆਲੀਫਿਕੇਸ਼ਨ ਇਹਨਾਂ ਦੀ ਅਸੀਂ ਪਟੀਸ਼ਨ 10 ਜਨਵਰੀ ਦੀ ਪਾਈ ਹੈ 2019 ਦੀ, ਰੈਜ਼ਿਗਨੇਸ਼ਨ ਤੇ ਦਿੱਤਾ ਹੁਣ। ਸੋ ਡਿਸਾਈਡ ਪਹਿਲਾਂ ਪਟੀਸ਼ਨ ਡਿਸਕੁਆਲੀਫਿਕੇਸ਼ਨ ਦੀ ਹੋਣੀ ਸੀ, ਨਾ ਕਿ ਰੈਜ਼ਿਗਨੇਸ਼ਨ। ਟੈਕਨੀਕਲ ਤੌਰ 'ਤੇ ਸਮਝਾਓ ਕਿ ਤੁਸੀਂ ਜਨਵਰੀ 19 ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਪਟੀਸ਼ਨ ਪਾਤੀ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹਨਾਂ ਨੇ ਮਾਰਚ ਕੇ ਅਪ੍ਰੈਲ ਦੇ ਵਿੱਚ ਇੱਕ ਪਹਿਲਾ ਅਸਤੀਫਾ ਵੀ ਭੇਜਿਆ ਸੀਗਾ। ਉਸ ਤੋਂ ਬਾਅਦ ਜਿਹੜਾ ਹੁਣ ਮਨਜ਼ੂਰ ਹੋਇਆ, ਇਹ ਕਿਹੜਾ ਅਸਤੀਫਾ ਮਨਜ਼ੂਰ ਹੋਇਆ ਤੇ ਤੁਸੀਂ ਪਹਿਲਾਂ ਜਿਹੜੀ ਪਟੀਸ਼ਨ ਪਾਈ ਸੀਗੀ ਉਹਦੇ ਤੇ ਹੁਣ ਕੀ ਜਜਮੈਂਟ ਆਈ? ਦੇਖੋ ਜੀ, ਜਿਹੜੀ ਅਸੀਂ ਪਟੀਸ਼ਨ ਪਾਈ ਉਹਦੇ ਤੇ ਇਹ ਜਜਮੈਂਟ ਆਈ ਸੀਗੀ ਕਿ ਹਾਈ ਕੋਰਟ ਨੇ ਵੀ ਇਸ ਗੱਲ ਨੂੰ ਮਨਜ਼ੂਰ ਕੀਤਾ ਕਿ ਇਹ ਗਲਤ ਆ, ਕਿ ਇਹ ਨਹੀਂ ਕਿ ਇੱਕ ਪਟੀਸ਼ਨ ਪਾਈ ਹੋਵੇ ਸਪੀਕਰ ਵਿਧਾਨ ਸਭਾ ਕੋ ਕਿ ਤੇ ਉਹ ਪਟੀਸ਼ਨ ਰੱਖ ਕੇ ਤੇ ਸਾਰੀ ਟਰਮ ਲੰਘਾ ਦੇਣ। ਤੇ ਉਹਨਾਂ ਨੇ ਉਹਨੂੰ ਕਿਹਾ ਕਿ ਇਹ ਟਾਈਮ ਬਾਉਂਡ ਮੈਨਰ 'ਚ ਇਹਨੂੰ 3 ਮਹੀਨੇ ਦਾ, ਕਿਉਂਕਿ ਉਹਦੀ ਵੀ ਸੁਪਰੀਮ ਕੋਰਟ ਦੀ ਇਸ ਚੀਜ਼ ਤੇ ਵੀ ਜਜਮੈਂਟ ਹੈ ਕਿ 3 ਮਹੀਨੇ ਇਨਫ ਟਾਈਮ ਆ ਇੱਕ ਪਟੀਸ਼ਨ ਨੂੰ ਡਿਸਾਈਡ ਕਰਨ ਲਈ। ਉਹ 3 ਮਹੀਨੇ ਦਾ ਟਾਈਮ ਜਿਹੜਾ ਆ 4 ਨਵੰਬਰ ਨੂੰ ਪੂਰਾ ਹੋਣਾ ਸੀ। ਉਸੇ ਚੀਜ਼ ਦੇ ਡਰ ਤੋਂ, ਕਿਉਂਕਿ ਇਹ ਪੰਜਾਬ ਦੇ ਪਹਿਲੇ ਇਹੋ ਜਿਹੇ MLA ਹੁੰਦੇ ਜਿਹੜੇ ਡਿਸਕੁਆਲੀਫਾਈ ਹੁੰਦੇ, ਤੇ ਪਲੱਸ ਇਹਨਾਂ ਦੇ ਰਿਕਾਰਡ ਤੇ ਹੋਰ ਵੀ ਤੁਹਾਨੂੰ ਆਲਰੇਡੀ ਦੱਸਤਾ ਕਿ ਸਭ ਤੋਂ ਵੱਧ ਪਾਰਟੀਆਂ ਇਹਨਾਂ ਨੇ ਬਦਲੀਆਂ। ਤੇ ਆਉਣ ਵਾਲੇ ਸਮੇਂ 'ਚ ਅਜੇ ਚਲੋ ਮੇਰਾ ਕਹਿਣਾ ਨਹੀਂ ਬਣਦਾ, ਕਿਉਂਕਿ ਇਹਨਾਂ ਦਾ ਫਿਰ ਚਰਚਾ ਇਹੀ ਚੱਲਦਾ ਕਿ ਸ਼ਾਇਦ ਇਸ ਪਾਰਟੀ 'ਚ ਵੀ ਨਾ ਰਹਿਣ। ਅੱਛਾ, ਇੱਕ ਗੱਲ ਇਹ ਹੈ ਕਿ ਜਿਵੇਂ ਰਾਣਾ KP ਸਪੀਕਰ ਨੇ ਜਿਹੜੇ, ਉਹਨਾਂ ਨੇ ਅਸਤੀਫਾ ਰੱਖ ਛੱਡਿਆ ਇਹਨਾਂ ਦਾ, ਤੇ ਜਿਵੇਂ ਸੁਪਰੀਮ ਕੋਰਟ ਕਹਿੰਦੀ ਹੈ ਕਿ 3 ਮਹੀਨੇ ਦੇ ਵਿੱਚ ਇਹਨੂੰ ਜਿਹੜਾ ਵਾ ਆਪਣੀ ਜਜਮੈਂਟ ਜਿਹੜੀ ਦੇਣੀ ਹੁੰਦੀ ਹੈ, ਤੇ ਕੋਈ ਰਾਣਾ KP ਹੋਣਾ ਨੂੰ ਵੀ ਕੋਈ ਉਹਨਾਂ ਨੇ ਕੋਈ ਝਾੜ ਪਾਈ ਹੈ? ਜੀ ਦੇਖੋ, ਮੈਂ ਤੁਹਾਨੂੰ ਇਹ ਦੱਸਦਾ ਕਿ ਇੱਕ ਜੁਡੀਸ਼ਰੀ ਬ੍ਰਾਂਚ ਆ, ਇੱਕ ਲੈਜਿਸਲੇਟਿਵ ਬ੍ਰਾਂਚ ਆ। ਇਹ ਬੜਾ ਕਲੀਅਰ ਹੈ, ਕਦੀ ਵੀ ਜੁਡੀਸ਼ਰੀ ਜਿਹੜੀ ਹੈ ਦੂਸਰੀ ਬ੍ਰਾਂਚ ਦੇ ਵਿੱਚ ਜਾ ਕੇ ਨਾ ਇੰਟਰਫੇਰੈਂਸ ਨਹੀਂ ਕਰਦੀ ਅਨਲੈਸ ਅੰਟਿਲ ਮਤਲਬ ਕਿ ਹੱਦ ਕਰ ਦਿੱਤੀ ਜਾਵੇ, ਕੋਈ ਇਦਾਂ ਦਾ ਕਾਨੂੰਨ ਤੋੜ ਦਿੱਤਾ ਜਾਵੇ। ਕਿਉਂਕਿ ਹੁਣ ਦੇਖੋ, ਅਸੀਂ ਆ ਕੋਈ ਵੀ ਨਾਰਮਲ ਸਿਟੀਜ਼ਨ ਆ, ਅਸੀਂ ਨਾਰਮਲ ਸੜਕ ਤੇ ਕੋਈ ਵਾਇਓਲੇਸ਼ਨ ਕਰਦੇ ਆ, ਚਲਾਨ ਹੁੰਦੇ ਆ, ਛੋਟੀਆਂ ਚੀਜ਼ਾਂ, ਹਰ ਚੀਜ਼ ਰੂਲ ਲਾਗੂ ਹੁੰਦੇ, ਤੇ ਕਿਉਂ ਜਿਹੜੇ ਬੰਦੇ ਆਪ ਕਾਨੂੰਨ ਬਣਾਉਂਦੇ, ਜਿਨ੍ਹਾਂ ਦੇ ਲਾਅ ਬਣੇ ਹੋਏ ਆ, ਉਹਨਾਂ ਤੇ ਕੀ ਗੱਲ ਲਾਅ ਨਹੀਂ ਲਾਗੂ ਹੁੰਦਾ? ਇਹਨਾਂ ਨੇ ਉਸ ਚੀਜ਼ ਨੂੰ ਰੱਜ ਕੇ ਮਿਸਯੂਜ਼ ਕੀਤਾ, ਜਿਹੜਾ ਲੂਪ ਹੋਲ ਸੀਗਾ। ਤੇ ਇੱਕ ਸੌਰਟ ਆਫ ਕਹਿ ਲਓ ਕਿ ਜਦੋਂ
ਕਿਉਂਕਿ ਸਪੀਕਰ ਸਾਹਿਬ ਐਜ਼ ਅ ਟ੍ਰਿਬਿਊਨਲ ਇਲੈਕਟ ਕਰਦੇ ਇਹਦੇ ਵਿੱਚ, ਪਰ ਐਟ ਦੀ ਐਂਡ ਆਫ ਦ ਡੇ ਹੀ ਇਜ਼ ਆਲਸੋ ਐਨ ਐਮਐਲਏ। ਤਾਂ ਮੇ ਬੀ ਮੈਨੂੰ ਇਦਾਂ ਲੱਗਾ ਕਿ ਉਹਨਾਂ ਨੂੰ ਲੱਗਾ ਹੋਣਾ ਕੋਈ ਏਡੀ ਵੱਡੀ ਗੱਲ ਨਹੀਂ ਕਿ ਰੈਜ਼ਿਗਨੇਸ਼ਨ ਹੋ ਗਿਆ, ਡਿਸਕੁਆਲੀਫਿਕੇਸ਼ਨ ਹੋ ਗਈ, ਇੱਕੋ ਗੱਲ ਹੋ ਗਈ ਭਲੱਥ ਦੀ ਸੀਟ ਖਾਲੀ ਹੋ ਗਈ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਦੋਨਾਂ ਚੀਜ਼ਾਂ 'ਚ ਬਹੁਤ ਜ਼ਿਆਦਾ ਫਰਕ ਆ, ਕਿਉਂਕਿ ਜੇ ਡਿਸਕੁਆਲੀਫਿਕੇਸ਼ਨ ਤੇ ਬਣਦੀ ਅੱਜ ਤੋਂ 3 ਸਾਲ ਪਹਿਲਾਂ ਦੀ, 3 ਸਾਲ ਇਹ ਐਮਐਲਏ ਰਹੇ, 3 ਸਾਲ ਇਹਨਾਂ ਨੇ ਤਨਖਾਹਾਂ, ਭੱਤੇ, ਜਿਹੜੇ ਗਨਮੈਨ ਲਈ ਫਿਰੇ, ਜਿਹੜੇ ਫੋਨ ਦਾ ਖਰਚਾ, ਜਿਹੜਾ ਤੇਲ ਦਾ ਖਰਚਾ, ਹੋਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪ੍ਰਿਵਿਲੇਜਸ ਇੰਜੋਏ ਕੀਤੀਆਂ। ਹੁਣ ਗੱਲ ਦੱਸਣਾ ਚਾਹੁੰਦਾ ਆ, ਇੱਕ ਨਾਰਮਲ ਬੰਦੇ ਨੇ ਕਿਤੇ ਸੈਕਟਰੀਏਟ ਜਾਂ ਕਿਤੇ ਹੋਰ ਜਾਣਾ ਹੋਵੇ ਤੇ 50 ਥਾਂ ਚੈਕਿੰਗ ਹੁੰਦੀ, ਕਿਸੇ ਐਮਐਲਏ ਦੀ ਨਹੀਂ ਹੁੰਦੀ, ਸਿੱਧੇ ਅੰਦਰ ਜਾਂਦੇ। ਮਤਲਬ ਇਹਨਾਂ ਨੇ ਸਾਰੀਆਂ ਜੋ ਫੈਸਿਲਿਟੀ ਉਹ ਸਿਰਫ ਉਹਨੂੰ ਟੈਗ ਨੂੰ ਵਰਤਿਆ ਰੱਜ ਕੇ ਆਪਣੇ ਪਰਸਨਲ ਫਾਇਦੇ ਲਈ। ਬਠਿੰਡੇ ਜਾ ਕੇ ਇਲੈਕਸ਼ਨ ਲੜੇ, ਗਨਮੈਨ ਤੇ ਭਲੱਥ ਦੇ ਕਰਕੇ ਮਿਲੇ ਆ ਨਾ। ਜੇ ਲੀਡਰ ਆਫ ਆਪੋਜੀਸ਼ਨ ਸੀ, ਐਮਐਲਏ ਸੀ, ਤਾਂ ਹੀ ਲੀਡਰ ਆਫ ਆਪੋਜੀਸ਼ਨ ਬਣੇ, ਉਹਦੇ ਬੇਸ ਤੇ ਬਣੇ। ਉਹ ਸਾਰੀਆਂ ਪ੍ਰਿਵਿਲੇਜਸ ਨੂੰ ਯੂਜ਼ ਕਰਕੇ ਆਪਣੇ ਪਰਸਨਲ ਮਫਾਦ ਮਤਲਬ ਉੱਥੇ ਇਲੈਕਸ਼ਨ ਜਾ ਕੇ ਲੜੇ। ਉਹ ਟੈਗ ਵਰਤਿਆ, ਲੋਕਾਂ ਤੋਂ ਵੋਟਾਂ ਭਲੱਥ ਤੋਂ ਲਈਆਂ। 4.5 ਸਾਲੇ ਭਲੱਥ ਦੇ ਵਿੱਚ ਵੜੇ ਨਹੀਂ, ਹੁਣ ਆਏ, ਆਪਣੀ ਡਿਊਟੀ ਇਹਨਾਂ ਨੇ ਨਹੀਂ ਭਲੱਥ ਪ੍ਰਤੀ ਨਿਭਾਈ। ਹੁਣ ਕਹਿੰਦੇ ਮੈਂ ਨਿਭਾਉਂਗਾ, ਪਰ ਪ੍ਰੋਬਲਮ ਇਹ ਆਉਂਦੀ ਹੁਣ ਨਿਭਾ ਰਹੇ, ਉਹ ਵੀ ਬੜਾ ਵੱਡਾ ਇਸ਼ੂ ਬਣ ਗਿਆ। 4.5 ਸਾਲ ਤੁਸੀਂ ਭਲੱਥ ਦਾ ਰਿਕਾਰਡ ਦੇਖੋ, ਕਿਸੇ ਤੇ ਕਿਸੇ ਤਰੀਕੇ ਦਾ ਕੋਈ ਨਜਾਇਜ਼ ਪਰਚਾ ਨਹੀਂ, ਕੋਈ ਰੌਲਾ ਨਹੀਂ, ਕੋਈ ਰੱਪਾ ਨਹੀਂ। ਪਰ ਜਿੱਦਣ ਦੇ ਇਹ ਭਲੱਥ ਦੇ ਵਿੱਚ ਨਾ ਪੈਰ ਰੱਖਿਆ ਉਦੋਂ ਤੋਂ ਲਗਾਤਾਰ, ਤੁਸੀਂ ਵੀ ਇੱਥੇ ਆ, ਮੈਂ ਵੀ ਇੱਥੇ ਆ, ਪ੍ਰੈਸ ਕਾਨਫਰੰਸਾਂ ਦੇਖ ਲਓ ਕਿੰਨੇ ਬੰਦਿਆਂ ਨੇ ਕੀਤੀਆਂ ਕਿ ਮੇਰੇ ਤੇ ਪਰਚਾ ਕਰਾਤਾ। ਕੋਈ ਕਹਿੰਦਾ ਮੈਨੂੰ ਥਾਣੇ ਸੱਦ ਕੇ ਤੰਗ ਕਰਦੇ ਆ, ਕਦੀ ਕਿਸੇ ਖਿਲਾਫ ਦਰਖਾਸਤ, ਕਦੀ ਕਿਸੇ, ਮਤਲਬ ਦੱਬਣ ਦੀ ਕੋਸ਼ਿਸ਼। ਕਿਉਂਕਿ ਇਹਨਾਂ ਕੋਲ ਦਿਖਾਉਣ ਲਈ ਕੁਝ ਰਿਹਾ ਹੀ ਨਹੀਂ ਕਿ ਹੁਣ ਅਗਲੀਆਂ ਵੋਟਾਂ ਲੜਨ, ਕੁਝ ਵੀ ਹੈ ਨਹੀਂ। ਹੁਣ ਸਾਹਿਬ ਇੱਕ ਗੱਲ ਹੋਰ ਹੁੰਦੀ ਹੈ ਵੀ ਜਿਵੇਂ ਤੁਸੀਂ ਪਹਿਲੀ ਪਟੀਸ਼ਨ ਮੈਨੂੰ ਲੱਗਦਾ ਵੀ 2019 ਦੇ ਵਿੱਚ ਜਨਵਰੀ 'ਚ ਪਾਤੀ, ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਉਦੋਂ ਅਸਤੀਫੇ ਨਹੀਂ ਮਨਜ਼ੂਰ ਹੋਏ। ਮੈਨੂੰ ਲੱਗਦਾ ਕਿ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਅਸਤੀਫੇ ਉਦੋਂ ਮਨਜ਼ੂਰ ਨਹੀਂ ਹੋਏ। ਕੀ ਲੱਗਦਾ ਸੀਗਾ ਕਿ ਪਹਿਲਾਂ ਹੀ ਇਹ ਗਿੱਠ-ਮਿੱਠ ਕਾਂਗਰਸ ਦੇ ਨਾਲ ਸੀਗੀ ਇਹਨਾਂ ਦੀ ਕਿ ਇਹਨਾਂ ਨੇ ਅਖੀਰ ਦੇ ਵਿੱਚ ਆਉਣਾ ਪਾਰਟੀ 'ਚ, ਅਸਤੀਫਾ ਉਦੋਂ ਆ ਕੇ ਮਨਜ਼ੂਰ ਕਰਾਂਗੇ, ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਦਿਆਂਗੇ? ਦੇਖੋ ਜੀ, ਇਹਨੂੰ ਮੈਂ ਇੱਕ ਟਰਮ ਦੇਣੀ ਚਾਹੁੰਦਾ ਕਿ ਇਹਨੂੰ ਕਹਿੰਦੇ ਪੋਲੀਟੀਕਲ ਕਨਵੀਨੀਅੰਸ। ਇਹ ਸਾਰਿਆਂ ਨੂੰ ਸੂਟ ਕਰਦਾ ਸੀਗਾ। ਮੰਨ ਕੇ ਚਲੋ ਇਹਨਾਂ ਦਾ ਅਸਤੀਫਾ ਪਹਿਲਾਂ ਦਿੱਤਾ, ਜਿਹੜਾ 25 ਅਪ੍ਰੈਲ 2019 ਨੂੰ ਇਹਨਾਂ ਬਠਿੰਡਾ ਇਲੈਕਸ਼ਨ ਲੜਨ ਤੋਂ ਪਹਿਲਾਂ ਦਿੱਤਾ, ਉਹ ਮਨਜ਼ੂਰ ਕਰ ਲੈਂਦੇ ਤਾਂ ਭਲੱਥ ਵੀ ਬਾਈ ਇਲੈਕਸ਼ਨ ਹੋਣੀ ਸੀਗੇ। ਭਲੱਥ 'ਚ ਬਾਈ ਇਲੈਕਸ਼ਨ ਹੁੰਦੇ, ਸਰਕਾਰ ਨੂੰ ਉਹ ਵੀ ਲੜਨੇ ਪੈਣੇ ਸੀ। ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ ਕਿ ਜਿਹੜੀਆਂ 4 ਬਾਈ ਇਲੈਕਸ਼ਨ ਰੀਸੈਂਟਲੀ ਪੰਜਾਬ 'ਚ ਹੋਈਆਂ ਸੀਗੀਆਂ, ਉਹ 4ਾਂ 'ਚੋਂ ਕਾਂਗਰਸ ਪਾਰਟੀ ਜਿਹੜੀ ਦਾਖਾਂ ਵਾਲੀ ਸੀਟ ਹਾਰ ਗਈ ਸੀ। ਤੋਂ ਬੜੀ ਵੱਡੀ ਮੇਜਰ ਐਮਬੈਰਸਮੈਂਟ ਸੀਗੀ ਕਿ ਇੱਕ ਰੂਲਿੰਗ ਪਾਰਟੀ, ਰਿਕਾਰਡ ਹੁੰਦਾ ਰੂਲਿੰਗ ਪਾਰਟੀ ਬਹੁਤ ਘੱਟ ਚਾਂਸਿਸ ਆ ਕਿਤੇ ਹਾਰ ਜਵੇ, ਉੱਥੇ ਹਾਰੇ। ਉਹਨਾਂ ਨੂੰ ਉਸ ਚੀਜ਼ ਦਾ ਡਰ ਸੀਗਾ ਕਾਂਗਰਸ ਨੂੰ, ਸੇਮ। ਤੇ ਉਸੇ ਚੀਜ਼ ਦਾ ਇਹ ਸੀਗਾ ਕਿ ਇਹਨਾਂ ਨੂੰ ਵੀ ਫਾਇਦਾ ਸੀਗਾ ਕਿ ਇਹ ਤੇ ਚਾਹੁੰਦੇ ਸੀਗੇ ਕਿ ਇਹਨਾਂ ਕੋਲ ਸਾਰਾ ਜਿਹੜਾ ਅਮਲਾ ਸਮਲਾ ਜਿਹੜਾ ਮਿਲਿਆ ਉਹ ਐਮਐਲਏ ਨੂੰ ਮਿਲਦਾ, ਉਹ ਕੰਟੀਨਿਊ ਰਹੇ। ਸੋ ਦੋਨਾਂ ਦਾ ਫਾਇਦਾ ਇਸ ਚੀਜ਼ ਦੇ ਵਿੱਚ ਸੀ। ਐਟ ਦੀ ਐਂਡ ਜਿਹੜੀ ਹੁਣ ਜਜਮੈਂਟ ਜੇ ਇਹ 'ਤੇ ਆਉਂਦੀ ਵੀ ਆ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਦੇ ਉੱਤੇ, ਤੇ ਵੱਧ ਤੋਂ ਵੱਧ ਕੀ ਹੋ ਸਕਦਾ ਇਹਦੇ ਨਾਲ? ਵੱਧ ਤੋਂ ਵੱਧ ਜੀ ਗੱਲ ਇੱਦਾਂ ਆ ਕਿ ਰੈਜ਼ਿਗਨੇਸ਼ਨ ਦੇਣਾ ਇੱਕ ਨਾ ਆਨਰੇਬਲ ਜੀ ਚੀਜ਼ ਆ ਕਿ ਤੁਸੀਂ ਆਪ ਛੱਡਿਆ, ਮਤਲਬ ਇਹਨੂੰ ਉੱਦਾਂ ਪੋਰਟਰੇ ਕਰਨ ਦੀ ਜਾਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆ। ਤੇ ਜਿਹੜਾ ਡਿਸਕੁਆਲੀਫਿਕੇਸ਼ਨ ਉਹ ਕਹਿੰਦਾ ਕੱਢ ਦੇਣਾ, ਪਲੱਸ ਜਿਹਦੀ ਤਨਖਾਹ ਜਿਹੜੀ ਇੰਨੇ ਭੱਤੇ ਬਾਕੀਆਂ ਚੀਜ਼ਾਂ ਉਹ ਵੀ ਸਾਰੀਆਂ ਕੁਐਸਚਨ ਦੇ ਵਿੱਚ ਆਉਂਦੀਆਂ। ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹਨਾਂ ਦੀ ਪੈਨਸ਼ਨ ਆ, ਪੈਨਸ਼ਨ ਤੇ ਵੀ ਸਵਾਲ ਹੁੰਦੇ, ਪੈਨਸ਼ਨ ਨਹੀਂ ਮਿਲੂਗੀ। ਨਹੀਂ ਤਾਂ 2 ਟਰਮ ਦੇ ਐਮਐਲਏ ਆ, 2 ਪੈਨਸ਼ਨਾਂ, ਹੁਣ ਇੱਕ ਦੇ ਕੰਸੀਡਰ ਹੋਣਗੇ ਜੇ ਡਿਸਕੁਆਲੀਫਾਈ ਹੁੰਦੇ, ਪੈਨਸ਼ਨ ਨਹੀਂ ਮਿਲੂਗੀ। ਕੋਈ ਕੇਸ ਵੀ ਹੋ ਸਕਦਾ ਇਹਨਾਂ ਦੇ ਉੱਪਰ? ਜੀ ਡੈਫੀਨੇਟਲੀ, ਬਿਲਕੁਲ ਹੋਊਗਾ ਵੀ। ਮੈਂ ਆਲਰੇਡੀ ਦੱਸ ਰਹੇ ਹਾਂ ਕਿ ਓਬਵੀਅਸਲੀ ਵੀ ਵਿਲ ਪਰਸਿਊ ਦਿਸ ਥਿੰਗ, ਆਪਾਂ ਕਰਾਂਗੇ। ਅੱਛਾ, ਇੱਕ ਹੋਰ ਤੁਸੀਂ ਰਿਟ ਪਾ ਕੇ ਆ ਇਨਫੋਰਮੇਸ਼ਨ ਕੱਢੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈ ਕਿ ਪੜ੍ਹਾਈ ਨੂੰ ਲੈ ਕੇ ਉਹਨਾਂ ਨੇ ਕੋਈ ਗਲਤ ਜਿਹੜੀ ਆ ਇਨਫੋਰਮੇਸ਼ਨ ਦਿੱਤੀ ਹੈ। ਉਹ ਕਿਹੜੀ ਚੀਜ਼ ਹੈਗੀ ਹੈ? ਦੇਖੋ ਜੀ, 2007 ਦੇ ਵਿੱਚ ਜਿਹੜੇ ਇਹਨਾਂ ਦੇ ਇਲੈਕਸ਼ਨ ਐਫੀਡੇਵਿਟ ਆ, ਮੈਂ ਤੁਹਾਨੂੰ ਦਿਖਾ ਵੀ ਦੇਣਾ ਚਾਹੁੰਦਾ ਆ। ਇਹ ਆ ਪਏ ਜੀ, ਇਹਦੇ ਵਿੱਚ ਇਹਨਾਂ ਨੇ BA ਸੈਕੰਡ ਈਅਰ ਲਿਖਿਆ, ਮਤਲਬ ਨਾਟ ਗ੍ਰੈਜੂਏਟ ਨਹੀਂ ਗਏ ਇਹ, ਮਤਲਬ BA ਪਾਸ ਨਹੀਂ ਹੈ। ਹਾਂ, ਸੈਕੰਡ ਈਅਰ 'ਚ। ਬਾਅਦ ਚੋਂ ਇਹ 2012 ਦਾ ਇਲੈਕਸ਼ਨ ਐਫੀਡੇਵਿਟ ਦਿੰਦੇ ਆ, ਉਹਦੇ 'ਚ ਤੁਸੀਂ ਇਹ ਦੇਖ ਸਕਦੇ ਇੱਥੇ ਲਿਖਿਆ ਗ੍ਰੈਜੂਏਸ਼ਨ DAV ਕਾਲਜ, ਬਕਾਇਦਾ ਸਾਲ ਲਿਖਿਆ 1984 ਦੇ ਵਿੱਚ। ਇਹਨਾਂ ਦਾ ਕਹਿਣਾ ਆ ਕਿ ਮੈਂ DAV ਕਾਲਜ ਤੋਂ 1984 ਦੇ ਵਿੱਚ ਜਿਹੜਾ ਮੈਂ ਇਹ ਗ੍ਰੈਜੂਏਸ਼ਨ ਕੰਪਲੀਟ ਕਰ ਲਈ। ਨਾਰਮਲ ਆਪਾਂ ਗੱਲ ਕਰੀਏ ਕਿ ਆਪਾਂ ਮੰਨ ਸਕਦੇ ਹਾਂ ਕਿ ਮੇਬੀ 5 ਸਾਲ ਸੀਗੇ ਕੰਪਲੀਟ ਕਰ ਲਈ ਹੋਵੇ, ਪਰ ਉੱਥੇ ਵੀ ਇਹ ਗੱਲ ਆ ਜਾਂਦੀ ਕਿ 1984 'ਚ ਇਹਨਾਂ ਲਿਖਿਆ ਕਿ 1984 'ਚ ਕਰ ਚੁੱਕੇ, ਪਿੱਛੇ ਤੇ ਜਾ ਕੇ ਤੇ ਕੀਤੀ ਨਹੀਂ ਹੋਣੀ। ਚਲੋ ਇੱਥੇ ਵੀ ਮੰਨ ਲਿਆ। ਉਤੋਂ ਅਗਲਾ ਇਹ ਹੈ ਕਿ 2019 ਇਲੈਕਸ਼ਨ 2019 ਦਾ ਮੈਂ ਤੁਹਾਨੂੰ ਐਫੀਡੇਵਿਟ ਦਿਖਾਉਣਾ ਕਿ ਲੋਕ ਸਭਾ ਦੀ BA ਪਾਰਟ 2 DAV ਕਾਲਜ ਚੰਡੀਗੜ੍ਹ ਲਿਖਿਆ।
ਮਤਲਬ ਇੱਥੇ ਵੀ ਗਲਤੀ, ਮਤਲਬ ਇੱਕ ਬੰਦਾ ਪਹਿਲਾਂ ਫੇਲ ਸੀ, ਉਹ ਪਾਸ ਹੋ ਜਾਂਦਾ, ਉਹ 5 ਸਾਲ ਬਾਅਦ ਫੇਰ ਉਸੇ ਚੀਜ਼ 'ਚ ਫੇਲ ਹੋ ਜਾਂਦਾ, ਪਿੱਛੇ ਕਿੱਦਾਂ ਜਾ ਸਕਦਾ? ਮਤਲਬ ਜੇ ਤੁਸੀਂ +2 ਜਾਂ BA ਕਰ ਲਈਏ ਤੇ ਤੁਸੀਂ ਦੁਬਾਰਾ 8ਵੀਂ ਕਲਾਸ 'ਚ ਕਿੱਦਾਂ ਜਾ ਸਕਦੇ ਵਾਪਸ? ਸੋ ਇਹ ਉੱਦਾਂ ਵੀ ਇੰਪੋਸੀਬਲ ਆ। ਚਲੋ ਆਪਣਾ ਸ਼ੱਕ ਦੂਰ ਕਰਨ ਲਈ ਅਸੀਂ ਇੱਕ RTI ਦੀ ਐਪਲੀਕੇਸ਼ਨ ਜਿਹੜੀ ਪਾਈ ਸੀਗੀ, 2018 ਦੀ ਪਾਈ ਸੀ, ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ। ਇਹਦੇ ਤਰੀਕ ਲਿਖੀ ਬਕਾਇਦਾ। ਨਾਰਮਲੀ RTI ਦਾ ਜਿਹੜਾ ਟਾਈਮ ਆ ਉਹ 15 ਦਿਨਾਂ ਦਾ ਹੁੰਦਾ, ਸਾਨੂੰ 1.5 ਸਾਲ ਲੱਗਾ ਇਹ ਜਿਹੜੀ ਇਨਫੋਰਮੇਸ਼ਨ ਪ੍ਰੋਕਿਓਰ ਕਰਨ ਲਈ। ਤੇ DAV ਕਾਲਜ ਨੇ ਹੱਦ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾ ਦੇਣ, ਕਿਉਂਕਿ ਉਹਨਾਂ ਲਈ ਵੀ ਇੱਕ ਬੜੀ ਮੇਜਰ ਐਮਬੈਰਸਮੈਂਟ ਸੀ, ਕਿਉਂਕਿ ਉਹਨਾਂ ਨੇ ਆਪਣੇ ਹਾਲ ਆਫ ਫੇਮ ਦਾ ਜਿਹੜਾ ਉਹਨਾਂ ਨੇ ਇੱਕ ਬਣਾਇਆ, ਉਹਦੇ ਵਿੱਚ ਇਹਨਾਂ ਦੀ ਫੋਟੋ ਲਾਈ ਹੈ ਕਿ ਐਲੂਮਨਾਈ ਦੀ, ਕਿ ਵਨ ਆਫ ਦੀ ਸਕਸੈਸ ਸਟੋਰੀਜ਼। ਤੇ ਕਾਲਜ ਦਾ ਤਾਂ ਮਤਲਬ ਹੀ ਪੜ੍ਹਾਈ ਹੈ, ਉੱਥੋਂ ਤਾਂ ਫੇਲ ਹੋਏ ਆ, ਤੇ ਉਹਨਾਂ ਲਈ ਵੀ ਇੱਕ ਐਮਬੈਰਸਮੈਂਟ ਸੀ, ਉਹ ਵੀ ਆਪਣਾ ਫੇਸ ਬਚਾਉਣਾ ਚਾਹੁੰਦੇ ਸੀ। ਤੇ ਦੱਸਣਾ ਚਾਹੁੰਦਾ, ਜਦੋਂ ਅਸੀਂ ਇਨਫੋਰਮੇਸ਼ਨ ਪ੍ਰੋਕਿਓਰ ਕਰਨਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਰਿਕਾਰਡ ਖਤਮ ਕੀਤਾ ਜਾਵੇ, ਪੇਜ ਪਾੜੇ। ਹਾਂ, ਉਹਨਾਂ ਤੇ ਵੀ FIR ਬਣਦੀ ਇਸ ਚੀਜ਼ ਦੀ ਵੈਸੇ, ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਅਸੀਂ ਹਾਈ ਕੋਰਟ ਅਪਰੋਚ ਕਰ ਰਹੇ ਇਸ ਚੀਜ਼ ਦੇ ਖਿਲਾਫ, ਤੇ ਉਹਨਾਂ ਨੇ ਆਲ ਆਫ ਸਡਨ ਜਿੱਦਾਂ ਜੋ ਵੀ ਉਹਨਾਂ ਕੋਲ ਸੀਗਾ, ਚਾਹੇ ਉਹ ਰਿਕਾਰਡ ਸੀ ਜਾਂ ਫਿਰ ਕੋਈ ਮਾਰਕਸ਼ੀਟ ਸੀ, ਮਾਰਕਸ਼ੀਟ ਬਚੀ, ਬਾਕੀ ਤਾਂ ਉਹਨਾਂ ਰਿਕਾਰਡ ਜਿਹੜਾ ਮੇਰੇ ਖਿਆਲ ਨਾਲ ਖਤਮ ਕਰਤਾ। ਇਸ ਚੀਜ਼ ਤੇ ਵੀ ਮੇਰੇ ਖਿਆਲ ਨਾਲ ਇੱਕ ਪ੍ਰੋਬ ਹੋਣੀ ਚਾਹੀਦੀ ਕਿ ਮਤਲਬ ਇੱਕ ਸਿਆਸੀ ਬੰਦੇ ਨੂੰ ਬਚਾਉਣ ਲਈ, ਆਮ ਬੰਦੇ ਨੂੰ ਤੇ ਰਗੜ ਦਿੰਦੇ ਮਿੰਟ 'ਚ, ਸਿਆਸੀ ਬੰਦੇ ਨੂੰ ਬਚਾਉਣ ਲਈ ਕਿਹੜੀ ਹੱਦ ਤੱਕ ਜਾਂਦੇ। ਇੱਕ ਗੱਲ ਇਹ ਹੈ ਵੀ ਚਲੋ ਇਹਨਾਂ ਨੇ ਤਾਂ ਡਾਟਾ ਆਪਣਾ ਇਹ ਗਲਤ ਦੇਤਾ, ਜੋ ਪੇਪਰ ਤੁਹਾਡੇ ਕਹਿ ਰਹੇ ਨੇ ਉਹ ਬਿਲਕੁਲ ਠੀਕ ਆ, ਪਰ ਇਲੈਕਸ਼ਨ ਕਮਿਸ਼ਨ ਨੇ ਵੀ ਨਹੀਂ ਦੇਖਿਆ। ਬੜਾ ਵੱਡਾ ਲੈਪਸ ਹੈ। ਮੈਂ ਅੱਗੇ ਵੀ ਇਹੀ ਗੱਲ ਕਰਦਾ ਸੀਗਾ ਕਿ ਇਲੈਕਸ਼ਨ ਕਮਿਸ਼ਨ ਇਹ ਕੋਈ ਜਿਹੜੀ ਪ੍ਰੋਸੈਸ ਹੈ ਜਾਂ ਐਕਸਰਸਾਈਜ਼ ਹੈ, ਇਹ ਮਜ਼ਾਕ ਥੋੜਾ ਆ। ਮੈਂ ਆਪ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਮੇਰੇ ਕਿ ਜਦੋਂ ਕਾਗਜ਼ ਭਰਨ ਜਾਂਦੇ ਕਿਤੇ ਨਾਮ ਦਾ ਅੱਖਰ ਵੀ ਵੱਡਾ ਛੋਟਾ ਪੈ ਜਾਏ ਤੇ ਕਹਿੰਦੇ ਵੀ ਚਲੋ ਇਹ ਤਾਂ ਰੱਦ। ਬਿਲਕੁਲ ਇਹੀ ਵਕਤ ਮੈਂ ਉਹੀ ਦੱਸਦਾ, ਮੈਨੂੰ ਵੀ ਇਹਦਾ ਫਸਟ ਹੈਂਡ ਐਕਸਪੀਰੀਅੰਸ ਹੈਗਾ ਇਸ ਚੀਜ਼ ਦਾ। ਮੈਂ ਇੱਕ ਵਾਰੀ ਕਰਾਏ ਆ ਇਹ ਪੇਪਰ ਪੂਰੇ, ਤਾਂ ਉਹਦੇ ਵਿੱਚ ਮੈਨੂੰ ਪਤਾ ਕਿ ਇੱਕ ਅਕਸ਼ਰ ਦਾ ਵੀ ਘਾਟਵਾਦ ਨਾ ਤੁਹਾਡਾ ਮਤਲਬ ਤੁਹਾਡਾ ਕਰੀਅਰ, ਮਤਲਬ ਤੁਹਾਨੂੰ ਇੰਨਾ ਵੱਡਾ ਸੈਟਬੈਕ ਦੇ ਸਕਦੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇੱਥੇ ਤਾਂ ਸ਼ਰੇਆਮ ਮਤਲਬ ਇੱਕ ਬੜਾ ਵੱਡਾ ਲੈਪਸ ਕੀਤਾ। ਇਹ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸ ਚੀਜ਼ ਦਾ ਧਿਆਨ ਦੇਣਾ ਚਾਹੀਦਾ ਤੇ ਇਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। 171G ਦਾ ਬਣਦਾ ਹੈ ਤੇ 177 IPC ਦੇ, ਇਹਨਾਂ ਦੇ ਗਲਤ ਇਲੈਕਸ਼ਨ ਐਫੀਡੇਵਿਟ ਦੇਣ ਦੀ ਵੀ ਕਾਰਵਾਈ ਬਣਦੀ ਹੈ। ਕਿਉਂਕਿ ਨਾਰਮਲ ਆਪਾਂ ਹੁਣ ਵੀਡੀਓ ਤੇ ਬੋਲਦੇ, ਮੈਂ ਬੋਲ ਰਿਹਾ, ਜਦੋਂ ਆਪਾਂ ਕੋਰਟ ਅਪਰੋਚ ਕਰਦੇ ਨਾ ਤਾਂ ਉਹ ਵੀਡੀਓ ਉਨੀ ਸੋਲਿਡ ਨਹੀਂ ਮੰਨੀ ਜਾਂਦੀ ਜਿੰਨਾ ਐਫੀਡੇਵਿਟ ਮੰਨਿਆ ਜਾਂਦਾ, ਕਿ ਪੁਖਤਾ ਹੋ ਜਾਵੇ, ਬੰਦਾ ਆਪਣੇ ਹੋਸ਼ੋ ਹਵਾਸ 'ਚ ਆ, ਪ੍ਰੋਪਰ ਜਾ ਕੇ ਸਾਈਨ ਹੁੰਦੇ ਆ, ਵਿਟਨੈਸ ਹੁੰਦੇ ਆ, ਨੋਟਰੀ ਟੈਸਟ ਹੁੰਦੇ ਆ, ਸਾਰੇ ਡਾਕੂਮੈਂਟਸ। ਤੇ ਇਹਨਾਂ ਨੇ ਉਸ ਚੀਜ਼ ਦੇ ਵਿੱਚ ਵੀ ਏਡਾ ਬਲੰਡਰ ਕੀਤਾ। ਜਿਵੇਂ ਆ ਪੂਰੇ ਇਹਨਾਂ ਲਿਖੇ ਹੋਏ ਤੇ ਥੱਲੇ ਪੂਰੇ ਸਾਈਨ ਨੇ, ਖੁਦ ਦੇ ਸਾਈਨ ਆ ਟੈਸਟ ਹੋਏ ਆ, ਦੇਖ ਸਕਦੇ ਤੁਸੀਂ, ਆ ਖੁਦ ਦੇ ਸਾਈਨ ਇਹਨਾਂ ਦੇ, ਇਹ ਖੁਦ ਦੇ ਸਾਈਨ ਆ। ਮੈਂ ਤੁਹਾਨੂੰ ਇਹ ਵੀ ਚੈੱਕ ਕਰਾ ਦੇਣਾ ਕਿਤੇ ਇਹਨਾਂ ਦੀ ਗਲਤੀ ਨਾ ਲੱਗੇ ਕਿ ਸਾਈਨ ਬਦਲ ਨਹੀਂ ਗਏ, ਸੇਮ ਆ 2012 ਚ ਵੀ ਸਾਈਨ ਸੇਮ ਆ, 2019 ਚ ਵੀ ਸੇਮ ਆ। ਅਟੈਸਟ ਹੋਇਆ ਪਿਆ, ਲਿਖਿਆ ਆ ਪ੍ਰੋਪਰ ਅਟੈਸਟਡ, ਇਹ ਵੀ ਅਟੈਸਟ ਹੋਏ ਆ। ਐਗਜ਼ੀਕਿਊਟਿਵ ਮੈਜਿਸਟ੍ਰੇਟ ਭਲੱਥ, ਪ੍ਰੋਪਰ ਅਟੈਸਟਡ ਡਾਕੂਮੈਂਟ, ਤੇ ਉਹਦੇ ਵਿੱਚ ਐਡਾ ਵੱਡਾ ਲੈਪਸ ਆ। ਇਹਨਾਂ ਦੇ ਖਿਲਾਫ ਇਹ ਗਲਤ ਇਨਫੋਰਮੇਸ਼ਨ ਦੇਣ ਦੀ ਵੀ ਕੋਈ ਕਾਰਵਾਈ? ਬਿਲਕੁਲ ਬਣਦੀ, ਉਹੀ ਦੱਸ ਰਿਹਾ ਕਿ 171G ਤੇ 177 ਦੀ ਫਾਲਸ ਇਨਫੋਰਮੇਸ਼ਨ ਜਿਹੜੀ ਹੈ, ਨਾਰਮਲ ਐਫੀਡੇਵਿਟ ਵੀ ਤੁਸੀਂ ਦੇ ਦਿੰਦੇ ਆ ਨਾ, ਉਹਦੀ ਵੀ ਕਾਰਵਾਈ ਬਣਦੀ ਹੈ। ਇਹ ਤਾਂ ਇਲੈਕਸ਼ਨ ਐਫੀਡੇਵਿਟ ਗਲਤ ਦਿੱਤਾ ਇਹਨਾਂ ਨੇ, ਇਹ ਨਾ ਪਬਲਿਕ ਰਿਕਾਰਡ ਦਾ ਹਿੱਸਾ ਆ। ਇਹ ਇਲੈਕਸ਼ਨ ਐਫੀਡੇਵਿਟ ਦਾ ਪਰਪਸ ਕੀ ਹੁੰਦਾ? ਪਰਪਸ ਹੁੰਦਾ ਕਿ ਤੁਸੀਂ ਬੜੇ ਪੁਖਤਾ ਤੌਰ ਤੇ, ਬੜੇ ਯਕੀਨੀ ਤੌਰ ਤੇ ਕਹਿ ਰਹੇ ਕਿ ਮੇਰੀ ਆਹ ਸੰਪत्ति ਹੈ, ਮੇਰੀ ਆਹ ਪ੍ਰਾਪਰਟੀ ਹੈ, ਆਹ ਮੇਰੀ ਐਜੂਕੇਸ਼ਨ ਕੁਆਲੀਫਿਕੇਸ਼ਨ ਆ, ਤੇ ਇੱਕ ਨਵਾਂ ਇਹ ਆ ਕਿ ਮੇਰੇ ਤੇ ਮੈਂ ਆਹ ਜੁਰਮ ਕੀਤੇ, ਜਾਂ ਮੇਰੇ ਤੇ ਆਹ ਫਲਾਣੇ ਕੇਸ ਚੱਲਦੇ, ਜਾਂ FIR ਹੈ, ਜਾਂ ਪ੍ਰੋਸੀਡਿੰਗ ਕਿੱਥੇ ਤੱਕ ਪਹੁੰਚੀ, ਇਹ ਵੀ ਤੱਕ ਤੁਹਾਨੂੰ ਮੈਂਸ਼ਨ ਕਰਨਾ ਪੈਂਦਾ। ਆਉਣ ਵਾਲੇ ਸਮੇਂ ਜਿਹੜੇ ਆ ਰੀਸੈਂਟ ਇਲੈਕਸ਼ਨ ਹੋਣਗੇ, ਤੁਸੀਂ ਦੇਖੋਗੇ ਕਿ ਹਰ ਕੈਂਡੀਡੇਟ ਨੂੰ ਜੇ ਉਹਦੀ ਕੋਈ ਕ੍ਰਿਮੀਨਲ ਹਿਸਟਰੀ ਹੈ ਉਹਨੂੰ ਪਬਲਿਸਾਈਜ਼ ਕਰਨਾ ਪੈਣਾ, ਉਹਨੂੰ ਪਬਲੀਕੇਸ਼ਨ ਉਹਦੀ ਕਰਨੀ ਪਊਗੀ। ਲੋਕਲ ਨਿਊਜ਼ਪੇਪਰ ਜਿਹੜੀ ਹਲਕੇ ਤੋਂ ਲੜ ਰਹੇ ਆ, ਜੇ ਉੱਥੇ ਤਿੰਨ ਨਿਊਜ਼ਪੇਪਰ ਆ ਅਲੱਗ-ਅਲੱਗ, ਇੰਗਲਿਸ਼, ਪੰਜਾਬੀ, ਹਿੰਦੀ, ਤਿੰਨਾਂ ਦੇ ਵਿੱਚ ਦੇਣਾ ਪਊ। 100 ਗੱਲਾਂ ਦੀ ਇੱਕ ਗੱਲ ਹੈ ਕਿ ਇਹ ਇਲੈਕਸ਼ਨ ਤੋਂ ਲਾਂਭੇ ਹੋ ਸਕਦੇ ਆ, ਕਿ ਇਹਨਾਂ ਚੀਜ਼ਾਂ ਤੇ ਬਾਵਜੂਦ ਵੀ ਇਲੈਕਸ਼ਨ ਲੜ ਸਕਦੇ ਨੇ ਜੇ ਇਹ ਸਾਰੇ ਦੋਸ਼ ਆਇਦ ਹੋ ਜਾਂਦੇ ਨੇ। ਦੇਖੋ ਜੀ, ਇਹ ਅੱਜ ਤੋਂ 1 ਸਾਲ ਪਹਿਲਾਂ ਜੇ ਇਹੀ ਗੱਲ ਹੁੰਦੀ ਤਾਂ ਇਹ ਇਲੈਕਸ਼ਨ ਨਹੀਂ ਲੜ ਸਕਦੇ ਸੀ, 6 ਸਾਲ ਨਹੀਂ ਲੜ ਸਕਦੇ ਸੀ। ਆ ਵੀ ਇਲੈਕਸ਼ਨ ਗਏ ਨਾ, ਇਹ ਬਾਈ ਇਲੈਕਸ਼ਨ, ਪਹਿਲੀ ਗੱਲ ਤੇ ਬਾਈ ਇਲੈਕਸ਼ਨ ਹੁਣ ਹੋ ਨਹੀਂ ਸਕਦੇ। ਆ 2022 ਵੀ ਗਈ, 6 ਸਾਲਾਂ ਬਾਅਦ ਨੂੰ ਕਾਊਂਟ ਕਰੀਏ ਤਾਂ 2027 ਵਿੱਚ ਵੀ ਨਹੀਂ ਇਹ ਲੜ ਸਕਦੇ ਸੀ। ਪਰ ਹੁਣ ਰੀਸੈਂਟਲੀ ਇੱਕ ਜਜਮੈਂਟ ਸੀਗੀ ਸੁਪਰੀਮ ਕੋਰਟ ਦੀ, ਜਨਵਰੀ 'ਚ ਆਈ ਸੀਗੀ, ਉਹਦੇ ਮੁਤਾਬਕ ਇਹ ਲੜ ਸਕਦੇ ਆ। ਪਰ ਗੱਲ ਇਹ ਆ ਕਿ ਗੱਲ ਇੱਥੇ ਰੂਲਸ ਦੀ ਏ ਕਿ ਇਹ ਡਿਸਕੁਆਲੀਫਾਈ ਬਣਦੇ ਆ। ਤਨਖਾਹ ਜਿਹੜਾ ਖਜ਼ਾਨਾ ਪੰਜਾਬ ਦਾ ਆਲਰੇਡੀ ਖਾਲੀ ਦੀ ਦੁਹਾਈ ਦਿੱਤੀ ਜਾਂਦੀ ਹੈ, ਉਸ ਟਾਈਮ ਦੇ ਵਿੱਚ ਵੀ ਇਹ ਤਨਖਾਹਾਂ ਲੈਂਦੇ ਰਹੇ ਆ। ਪਲੱਸ ਨਾਲ ਦੀ ਨਾਲ ਜੇ ਕੱਲ੍ਹ ਨੂੰ ਕੋਈ ਹੋਰ ਰੂਲ ਆਉਂਦਾ ਆ, ਕੋਈ ਨਵਾਂ ਰੂਲ ਆਉਂਦਾ ਜਾਂ ਨਵੀਂ ਕੋਈ ਫਾਈਂਡਿੰਗ ਆਉਂਦੀ ਹੈ, ਤਾਂ ਉਹ ਵੀ ਇਹਨਾਂ 'ਤੇ ਲਾਗੂ ਹੋਊਗੀ।
ਸੋ ਇਸ ਚੀਜ਼ ਦਾ ਡਰ ਰਹਿੰਦਾ। ਨਾਲੇ ਪਲੱਸ ਪੰਜਾਬ ਦੇ ਸਭ ਤੋਂ ਪਹਿਲੇ ਐਮਐਲਏ ਇਹ ਹੋਣੇ ਸੀ ਜਿਹੜੇ ਡਿਸਕੁਆਲੀਫਾਈ ਹੁੰਦੇ, ਤੇ ਪਲੱਸ ਇਨ ਥੈਂਕਸ ਟੂ ਹਿਮ ਇਹਨਾਂ ਦੇ ਕਰਕੇ ਅੱਗੇ ਤੋਂ ਕੋਈ ਇਦਾਂ ਦੀ ਗਲਤੀ ਨਹੀਂ ਕਰੂਗਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵਿਧਾਨ ਸਭਾ 'ਚ ਉਹ ਰੂਲ ਹੁਣ ਤੋਂ ਲਾਗੂ ਹੋ ਜਾਣਗੇ। ਅੱਛਾ, ਜੇ ਕੋਈ ਦਲ ਬਦਲੂਗਾ ਤੇ ਉਹਨੂੰ ਉਸੇ ਵੇਲੇ ਹੀ ਡਿਸਕੁਆਲੀਫਾਈ। ਜੀ ਰਾਈਟ ਵੇ ਇੱਕ ਮਤਲਬ ਸਮਝ ਲਓ ਇੱਕ ਲੂਪ ਹੋਲ ਇਹਨਾਂ ਲੱਭ ਕੇ ਰੱਖਿਆ ਸੀ, ਉਹ ਸਮਝ ਲਓ ਮੈਨੂੰ ਲੱਗਦਾ ਰੱਬ ਨੇ ਜਾਂ ਟਾਈਮ ਨੇ, ਬਾਕੀ ਐਮਐਲਏ ਕੋਈ ਵੀ ਕਰ ਸਕਦਾ ਸੀ, ਹਰ ਬੰਦਾ ਆਪਣਾ ਰੱਖਦਾ ਬਚਾ, ਮੈਨੂੰ ਲੱਗਦਾ ਇਹਨਾਂ ਦੇ ਹਿੱਸੇ ਆਇਆ ਸੀ ਕਿ ਇਹਨਾਂ ਨੂੰ ਰੱਜ ਕੇ ਵਰਤਿਆ, ਰੱਜ ਕੇ ਇੰਜੋਏ ਕੀਤਾ ਆ ਇਸ ਚੀਜ਼ ਨੂੰ। ਐਮਐਲਏਸ਼ਿਪ ਵੀ ਇੰਜੋਏ ਕੀਤੀ, ਹਲਕੇ ਦੇ ਵਿੱਚ ਨਹੀਂ ਵੜੇ, ਤੇ ਆਪਣੀਆਂ ਪ੍ਰਿਵਿਲੇਜਸ ਸਾਰੀਆਂ ਇੰਜੋਏ ਕੀਤੀਆਂ। ਤੁਸੀਂ ਹੁਣ ਇਹ ਇਲੈਕਸ਼ਨ ਕਮਿਸ਼ਨ ਤੱਕ ਇਹ ਵਾਲੀ ਗੱਲ ਪਹੁੰਚਾਤੀ ਹੈ? ਜੀ ਹਾਂ, ਬਿਲਕੁਲ ਜੀ, ਉਹਨਾਂ ਦੇ ਧਿਆਨ 'ਚ ਆ ਇਸ ਚੀਜ਼ ਤੇ। ਇਹ ਜੇ ਤੋਂ ਕੋਈ ਅੱਗੇ ਜਵਾਬ ਆਇਆ ਹੋਵੇ? ਅਜੇ ਤੱਕ ਕੋਈ ਇਹੋ ਜਿਹਾ ਨਹੀਂ। ਇਹ ਚਲੋ ਉਹਨਾਂ ਦੀ ਜੁਰਿਸਡਿਕਸ਼ਨ, ਮੇਰਾ ਇਹਦੇ ਤੇ ਕੁਝ ਬੋਲਣਾ ਬਣਦਾ ਨਹੀਂਗਾ। ਉਹ ਡਿਸਾਈਡ ਕਰਨ ਕਿ ਇਹਦਾ ਕੀ ਕਰਨਾ ਆ। ਤੱਥ ਪ੍ਰੂਫ ਵਿਦ ਡਾਕੂਮੈਂਟਸ ਉਹਨਾਂ ਦੇ ਮੂਹਰੇ ਰੱਖਦੇ। ਇਹਦੇ ਵਿੱਚ ਇਹੀ ਮੈਂ ਪੁੱਛਣਾ ਚਾਹੁੰਦਾ ਕਿ ਇਹ ਸਭ ਤੁਸੀਂ ਕਿਉਂ ਕਰ ਰਹੇ ਹੋ? ਸੁਖਪਾਲ ਸਿੰਘ ਖਹਿਰਾ ਦੇ ਨਾਲ ਹੀ ਕਿਉਂ ਇਦਾਂ ਕਰ ਰਹੇ ਹੋ? ਕਿਉਂਕਿ ਹੋਰ ਵੀ ਲੀਡਰ ਬਹੁਤ ਨੇ। ਦੇਖੋ ਜੀ, ਕੱਲ ਮੈਂ ਤੁਹਾਨੂੰ ਇਹਦੇ ਵਿੱਚ ਵੀ ਕੋਈ ਮੈਂ ਵੋਂਟ ਸ਼ਾਈ ਅਵੇ ਫਰੋਮ ਦਿਸ ਫੈਕਟ ਕਿ ਇਕੱਲੇ ਉਹ ਨਹੀਂ, ਅਸੀਂ ਰਾਣਾ ਗੁਰਜੀਤ ਦੇ ਖਿਲਾਫ 4.5 ਸਾਲ ਲੜਦੇ ਰਹੇ ਆ, ਹਾਈ ਕੋਰਟ ਤੱਕ ਵੀ ਗਏ ਆ, ਬਹੁਤ ਇਨਕੁਆਇਰੀਆਂ ਵੀ ਉਹਨਾਂ ਦੀਆਂ ਮਾਰ ਕਰਾਈਆਂ। ਇੱਦਾਂ ਦੀ ਕੋਈ ਗੱਲ ਨਹੀਂ ਕਿ ਸਪੈਸੀਫਿਕਲੀ ਇਹਨਾਂ ਦੇ, ਪਰ ਇਹਨਾਂ ਤੋਂ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ 4.5 ਸਾਲ ਸਾਡੇ ਹਲਕੇ 'ਚ ਨਹੀਂ ਵੜੇ, ਹੁਣ ਵੜੇ ਆ, ਲੋਕਾਂ ਨਾਲ ਧੱਕਾਸ਼ਾਹੀ ਕਰਦੇ ਆ। ਇਹ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆ, ਆਪਣੀ ਅਸਲੀਅਤ ਲੁਕੋ ਕੇ ਰੱਖਦੇ ਆ। ਦੂਜੇ ਜਿਹੜੇ ਬੰਦੇ ਆ ਦੂਜਿਆਂ ਦੀਆਂ ਕੱਢ ਡਾਕੂਮੈਂਟਸ ਸਾਹਮਣੇ ਰੱਖਦੇ। ਪਰ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਆ ਕਿ ਇਹ ਆਪਣੀਆਂ ਗੱਲਾਂ ਦਾ ਤਾਂ ਜਵਾਬ ਦੇਣ, ਡਿਫਲੈਕਟ ਨਾ ਕਰਨ। ਮੈਂ ਤੁਹਾਨੂੰ ਇੱਕ ਨਾ ਟਿਪੀਕਲ ਐਗਜ਼ਾਮਪਲ ਦੇਣੀ ਚਾਹੁੰਦਾ ਆ। ਟਿਪੀਕਲ ਐਗਜ਼ਾਮਪਲ ਇਹ ਕਿ ਜੇ ਤੁਸੀਂ ਇਸ ਚੀਜ਼ ਤੇ ਉਹਨਾਂ ਨੂੰ ਫਿਰ ਪੁੱਛੋਗੇ, ਮੈਂ ਲਾਸਟ ਟਾਈਮ ਵੀ ਕਿਤੇ ਗੱਲ ਕੀਤੀ, ਇਹ ਕਿਹਾ ਸੀਗਾ ਇਹਨਾਂ ਨੂੰ ਪੁੱਛੋਗੇ, ਕਹਿਣਗੇ ਜੀ ਇਹ ਮੇਰੇ ਖਿਲਾਫ, ਮੇਰੇ ਫਾਦਰ ਸਾਹਿਬ ਲੜੇ ਸੀਗੇ ਇਹਨਾਂ ਦੇ ਖਿਲਾਫ। ਉਹ ਕੋਈ ਉਹਦਾ ਐਜੂਕੇਸ਼ਨ ਕੁਆਲੀਫਿਕੇਸ਼ਨ ਨਾਲ ਕੋਈ ਲੈਣ ਦੇਣ ਨਹੀਂ, ਉਹਦਾ ਰੈਜ਼ਿਗਨੇਸ਼ਨ ਨਾਲ ਕੋਈ ਲੈਣ ਦੇਣ ਨਹੀਂ। ਹੁਣ ਰੀਸੈਂਟਲੀ ਕਿਸੇ ਨੇ ਮੇਬੀ ਮੈਨੂੰ ਲੱਗਦਾ ਪੱਤਰਕਾਰ ਸਾਹਿਬ ਸੀ, ਉਹਨਾਂ ਪੁੱਛਿਆ ਇਹਨਾਂ ਨੂੰ ਇਸ ਬਾਰੇ, ਉਹਨਾਂ ਨੇ ਕਹਿਤਾ ਜੀ ਬੀਬੀ ਜਗੀਰ ਕੌਰ ਤੇ ਰਾਣਾ ਗੁਰਜੀਤ ਦੀ ਆਪਸ ਗਿੱਠ-ਮਿੱਠ ਹੈ, ਸਾਜ਼ਿਸ਼ ਆ। ਮੈਨੂੰ ਇਹ ਦੱਸੋ, ਸਾਜ਼ਿਸ਼ 1982 ਦੀ ਉਹਨਾਂ ਨੇ ਕਰ ਲਈ, ਉਹ ਤੇ ਉਦੋਂ ਐਗਜ਼ਿਸਟ ਵੀ ਨਹੀਂ ਕਰਦੇ। ਨਾ ਰਾਣਾ ਗੁਰਜੀਤ ਸੀਗੇ ਪੋਲੀਟਿਕਸ 'ਚ, ਨਾ ਬੀਬੀ ਜਗੀਰ ਕੌਰ ਸੀ। ਉਹਦਾ ਇਹਨਾਂ ਚੀਜ਼ਾਂ ਨਾਲ ਮਤਲਬ ਗੱਲ ਨੂੰ ਕਿਤੇ ਹੋਰ ਹੀ ਲੈ ਜਾਣਾ। ਗੱਲ ਦਾ ਜਵਾਬ ਦੇਣ ਕਿ ਮਤਲਬ ਇਹਨਾਂ ਦੀ ਅਸਲੀਅਤ ਕੀ, ਐਕਸੈਪਟ ਕਰਨ, ਫਿਰ ਮੂਵ ਫਾਰਵਰਡ ਕਰਨ। ਲੋਕਾਂ ਨੂੰ ਕਿਉਂ ਗੁੰਮਰਾਹ ਕਰੀ ਜਾਂਦੇ? ਧੰਨਵਾਦ ਗੱਲਬਾਤ ਕਰ ਲਈ। ਸੋ ਇਹ ਨੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ, ਜਿਨ੍ਹਾਂ ਦੇ ਵੱਲੋਂ ਦੋਸ਼ ਲਾਏ ਗਏ ਨੇ ਕਿ ਇਲੈਕਸ਼ਨ ਕਮਿਸ਼ਨ ਨੂੰ ਝੂਠੀ ਜਾਣਕਾਰੀ ਦਿੱਤੀ ਹੈ ਅਤੇ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਉਹ ਡਿਸਕੁਆਲੀਫਾਈ ਹੋਣ ਦੇ ਡਰ ਤੋਂ ਹੁਣ ਜਿਹੜਾ ਮਨਜ਼ੂਰ ਹੋਇਆ ਦੁਬਾਰਾ ਫੇਰ ਦਿੱਤਾ। ਪਰ ਵੱਡੀ ਗੱਲ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਜਦੋਂ ਇੱਕ ਅੱਧਾ ਅੱਖਰ ਵੱਡਾ ਛੋਟਾ ਪੈ ਜੇ ਤਾਂ ਆਪਦੇ ਕਾਗਜ਼ ਰੱਦ ਕਰ ਦਿੰਦਾ। ਪਰ ਇੱਥੇ ਇੰਨਾ ਕੁਝ ਹੋ ਰਿਹਾ, ਇਲੈਕਸ਼ਨ ਕਮਿਸ਼ਨ ਕਿੱਥੇ ਸੁੱਤਾ ਪਿਆ ਹੈ। ਤਾਂ ਉਮੀਦ ਹੈ ਕਿ ਇਸ ਦੇ ਉੱਪਰ ਇਲੈਕਸ਼ਨ ਕਮਿਸ਼ਨ ਅਤੇ ਸੁਖਪਾਲ ਸਿੰਘ ਖਹਿਰਾ ਵੀ ਜਲਦੀ ਜਵਾਬ ਦੇਣਗੇ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।